ਪਿੰਡ ਮਾੜੀ ਪੰਨੋਂ ਵਿਖੇ ਇਤਿਹਾਸਿਕ ਗੁਰਦੁਆਰਾ ਭਾਈ ਮਨ ਸਾਹਿਬ ਵਿਖੇ ਅਸੀਂ ਨਤਮਸਤਕ ਹੋਣ ਵਾਸਤੇ ਐਮਐਲਏ ਸਾਹਿਬ ਔਰ ਅਸੀਂ ਗਏ ਸੀਗੇ। ਜਦੋਂ ਉੱਥੇ ਟੂਰਨਾਮੈਂਟ ਦਾ ਮੇਲਾ ਚੱਲ ਰਿਹਾ ਸੀ 10-15 ਮਿੰਟ ਉੱਥੇ ਮੱਥਾ ਟੇਕ ਕੇ ਬੈਠਣ ਤੋਂ ਬਾਅਦ ਉੱਥੇ ਗਏ ਆ ਟੂਰਨਾਮੈਂਟ 'ਚ, ਔਰ ਉੱਥੇ ਟੂਰਨਾਮੈਂਟ ਚੱਲ ਰਿਹਾ ਕਰੀਬ ਅਸੀਂ 40-45 ਮਿੰਟ ਉੱਥੇ ਰਹੇ ਆ, ਔਰ ਰਹਿਣ ਤੋਂ ਬਾਅਦ ਉੱਥੇ ਕੋਈ ਕਰੀਬ 15-20 ਕਿਸਾਨਾਂ ਵੱਲੋਂ ਝੰਡੇ ਦਿਖਾ ਕੇ ਵਿਰੋਧ ਵੀ ਕੀਤਾ ਗਿਆ। ਔਰ ਕਰਨ ਤੋਂ ਬਾਅਦ ਜਦੋਂ ਉਹਨਾਂ ਦੇ ਇੱਕ ਲੀਡਰ ਸਰਦਾਰ ਹਰਦੀਪ ਸਿੰਘ ਫੌਜੀ ਉਹਨਾਂ ਵੱਲੋਂ ਮਾਈਕ ਫੜ ਕੇ ਸਟੇਜ ਦੇ ਉੱਤੇ ਆ ਕੇ ਤਾਂ ਸਪੀਚ ਦੇਣੀ ਸ਼ੁਰੂ ਕੀਤੀ ਗਈ, ਜਿਹਦੇ ਵਿੱਚ ਇਤਰਾਜ਼ਯੋਗ ਸੀ। ਉਹਨਾਂ ਵੱਲੋਂ ਜਿੱਥੇ ਐਮਐਲਏ ਸਾਹਿਬ ਨੂੰ ਸਵਾਲ ਪੁੱਛੇ ਗਏ, ਉਹਨਾਂ ਵੱਲੋਂ ਬੜੇ ਤਰੀਕੇ ਨਾਲ ਐਮਐਲਏ ਸਾਹਿਬ ਵੱਲੋਂ ਉਹਨਾਂ ਦਾ ਜਵਾਬ ਦਿੱਤਾ ਗਿਆ। ਦੇਣ ਤੋਂ ਬਾਅਦ ਜਦੋਂ ਵਾਪਸੀ ਨਿਕਲ ਤੋਂ ਬਾਅਦ ਗਲਤ ਤਰੀਕੇ ਨਾਲ ਭਾਸ਼ਣ ਦੇ ਕੇ ਸਾਡੇ ਪਿੱਛੇ ਜਿਹੜਾ ਉਹ ਪਥਰਾ ਕਰਾਇਆ ਗਿਆ। ਉੱਥੇ ਕੋਈ ਭੱਜ ਕੇ ਨਹੀਂ ਆਏ, ਅਸੀਂ ਮੇਲਾ ਵੇਖ ਕੇ ਜਦੋਂ ਵਾਪਸ ਮੁੜਦੇ ਆ ਮਗਰੋਂ ਪਥਰਾ ਜਿਹੜਾ ਕੀਤਾ ਜਾਂਦਾ। ਜਥੇਬੰਦੀ ਨੇ ਕਾਲ ਨਹੀਂ ਦਿੱਤੀ ਕਿ ਤੁਸੀਂ ਬੀਜੇਪੀ ਤੋਂ ਸਵਾਈ ਲੀਡਰਾਂ ਦਾ ਵਿਰੋਧ ਕਰੋ, ਆਪਣੇ ਐਮਐਲਏ ਨੂੰ ਸਵਾਲ ਜਵਾਬ ਪੁੱਛੋ, ਡਿਵੈਲਪਮੈਂਟ ਪੁੱਛ ਲਓ, ਕੁਝ ਵੀ ਪੁੱਛਣਾ ਚਾਹੁੰਦੇ ਪੁੱਛ ਲਓ, ਪਰ ਕਿਸੇ ਨੂੰ ਜਾਨੀ ਮਾਰਨਾ ਜਾਂ ਜਾਤੀ ਸੂਚਕ ਲਫ਼ਜ਼ ਵਰਤਣੇ ਇਹ ਅਤੀ ਨਿੰਦਣਯੋਗ ਆ ਜਿਹੜਾ ਉਹਨਾਂ ਵੱਲੋਂ ਕੀਤਾ ਗਿਆ। ਭਾਸ਼ਣ ਦੇ ਵਿੱਚ ਗਲਤ ਗੱਲਾਂ ਕੀਤੀਆਂ ਗਈਆਂ, ਜਿਹਦੇ ਵਿੱਚ ਇੱਕ ਗੱਲ ਇਹਨਾਂ ਨੇ ਅਹਿਮ ਪੈਂਦੇ ਕਿਹਾ ਕਿ ਤੁਸੀਂ ਇਹ ਮੇਲੇ 'ਚ ਆਇਓ, ਪਹਿਲਾਂ 5 ਲੱਖ ਰੁਪਏ ਇੱਥੇ ਸਟੇਡੀਅਮ ਲਈ ਰੱਖੋ, ਜਿਹਦੇ ਵਿੱਚ ਇਹਨਾਂ ਦਾ ਹੀ ਆਪਸੀ ਤਕਰਾਰ ਹੋ ਗਿਆ ਲੋਕਾਂ ਦਾ। ਉਹ ਕਹਿੰਦੇ ਅਸੀਂ ਆਰਡੀਨੈਂਸ ਦੀ ਗੱਲ ਕਰਦੇ ਆ, ਤੁਸੀਂ ਪੈਸੇ ਮੰਗੇ, ਪਹਿਲਾਂ ਤੇ ਉਸ ਚੀਜ਼ ਤੋਂ ਭੜਕ ਪਏ। ਦੂਜਾ ਫਿਰ ਇਹਨਾਂ ਦੀ ਆਪਸ 'ਚ ਜਿਹੜਾ ਉੱਥੇ ਬਾਹਾਂ ਤਾਂ ਕਰਕੇ ਵੀ ਗੁੰਡਾਗਰਦੀ ਜੇ ਮਤਲਬ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੁਣ ਮੈਂ ਨਹੀਂ ਦੁਹਰਾਉਣੀਆਂ ਚਾਹੁੰਦੀਆਂ। ਸਾਡੇ ਨਾਲ ਇੱਥੇ ਮੌਜੂਦ ਨੇ ਹਰਗੋਬਿੰਦਪੁਰ ਦੇ ਨਗਰ ਕੌਂਸਲ ਦੇ ਪ੍ਰਧਾਨ ਨਵਦੀਪ ਸਿੰਘ ਪੰਨੂ। ਇਹ ਉਸ ਸਮੇਂ ਉਹਨਾਂ ਵੀਡੀਓ ਦੇ ਵਿੱਚ ਵੀ ਨਜ਼ਰ ਆ ਰਹੇ ਨੇ ਬਲਵਿੰਦਰ ਸਿੰਘ ਲਾਡੀ ਦੇ ਨਾਲ, ਤੇ ਉਹਨਾਂ ਨੂੰ ਬਚਾ ਕੇ ਉੱਥੋਂ ਕੱਢਦੇ ਵੀ ਨਜ਼ਰ ਆ ਰਹੇ ਨੇ। ਇਹਨਾਂ ਨਾਲ ਗੱਲਬਾਤ ਕਰ ਲੈਂਦੇ ਆ। ਨਵਦੀਪ ਜੀ, ਕਿੱਥੋਂ ਇਹ ਘਟਨਾ ਸ਼ੁਰੂ ਹੋਈ, ਕੀ ਇਸ ਦੇ ਪਿੱਛੇ ਕਾਰਨ ਰਿਹਾ ਜਿਹੜਾ ਅੱਜ ਤੁਸੀਂ ਪ੍ਰੈਸ ਕਾਨਫਰੰਸ ਵੀ ਕੀਤੀ ਆ, ਸਾਰਾ ਮਾਮਲਾ ਕੀ ਸੀ? ਕੱਲ੍ਹ ਜਦੋਂ ਅਸੀਂ ਐਮਐਲਏ ਸਰਦਾਰ ਬਲਵਿੰਦਰ ਸਿੰਘ ਲਾਡੀ ਔਰ ਨਾਲ ਅਸੀਂ 4-5 ਜਣੇ ਭਾਈ ਮਨ ਸਾਹਿਬ ਵਿਖੇ, ਜਿੱਥੇ ਸਾਡੇ ਪਿੰਡ ਮਾੜੀ ਪੰਨੋਂ ਵਿਖੇ ਇਤਿਹਾਸਿਕ ਗੁਰਦੁਆਰਾ ਭਾਈ ਮਨ ਸਾਹਿਬ ਵਿਖੇ ਅਸੀਂ ਨਤਮਸਤਕ ਹੋਣ ਵਾਸਤੇ ਐਮਐਲਏ ਸਾਹਿਬ ਔਰ ਅਸੀਂ ਗਏ ਸੀਗੇ। ਉੱਥੇ ਜਾਣ ਤੋਂ ਬਾਅਦ ਜਦੋਂ ਉੱਥੇ ਟੂਰਨਾਮੈਂਟ ਦਾ ਮੇਲਾ ਚੱਲ ਰਿਹਾ ਸੀ 10-15 ਮਿੰਟ ਉੱਥੇ ਮੱਥਾ ਟੇਕ ਕੇ ਬੈਠਣ ਤੋਂ ਬਾਅਦ ਉੱਥੇ ਗਏ ਆ ਟੂਰਨਾਮੈਂਟ 'ਚ, ਔਰ ਉੱਥੇ ਟੂਰਨਾਮੈਂਟ ਚੱਲ ਰਿਹਾ ਕਰੀਬ ਅਸੀਂ 40-45 ਮਿੰਟ ਉੱਥੇ ਰਹੇ ਆ, ਔਰ ਰਹਿਣ ਤੋਂ ਬਾਅਦ ਉੱਥੇ ਕੋਈ ਕਰੀਬ 15-20 ਕਿਸਾਨਾਂ ਵੱਲੋਂ ਝੰਡੇ ਦਿਖਾ ਕੇ ਵਿਰੋਧ ਵੀ ਕੀਤਾ ਗਿਆ। ਔਰ ਕਰਨ ਤੋਂ ਬਾਅਦ ਜਦੋਂ ਉਹਨਾਂ ਦੇ ਇੱਕ ਲੀਡਰ ਸਰਦਾਰ ਹਰਦੀਪ ਸਿੰਘ ਫੌਜੀ ਉਹਨਾਂ ਵੱਲੋਂ ਮਾਈਕ ਫੜ ਕੇ ਸਟੇਜ ਦੇ ਉੱਤੇ ਆ ਕੇ ਤਾਂ ਸਪੀਚ ਦੇਣੀ ਸ਼ੁਰੂ ਕੀਤੀ ਗਈ, ਜਿਹਦੇ ਵਿੱਚ ਇਤਰਾਜ਼ਯੋਗ ਸੀ, ਨਿੰਦਣਯੋਗ ਸੀ। ਔਰ ਉਹਨਾਂ ਵੱਲੋਂ ਸਪੀਚ ਦੇਣ ਦੇ ਉਪਰੰਤ ਜਦੋਂ ਸਾਰੀ ਹੀ ਉਹ ਭੀੜ ਜਿਹੜੀ ਸੀਗੀ ਉੱਥੇ ਇਕੱਠੇ ਹੋਏ ਉਹ ਲੋਕ, ਜਿਨ੍ਹਾਂ ਦੇ ਵਿੱਚ ਕੋਈ 18 ਸਾਲ ਦਾ, ਕੋਈ 20 ਸਾਲ ਦਾ, ਬਾਈ ਜਿਹੜੇ ਇਸ ਚੀਜ਼ ਦੀ ਭੜਕ ਗਏ, ਜਿਹੜੇ ਮਜਬੂਰ ਹੋ ਕੇ ਪਥਰਾਬਾਜ਼ੀ ਕਰਨ ਵਾਸਤੇ। ਔਰ ਉਹਨਾਂ ਵੱਲੋਂ ਜਿੱਥੇ ਐਮਐਲਏ ਸਾਹਿਬ ਨੂੰ ਸਵਾਲ ਪੁੱਛੇ ਗਏ, ਉਹਨਾਂ ਵੱਲੋਂ ਬੜੇ ਤਰੀਕੇ ਨਾਲ ਐਮਐਲਏ ਸਾਹਿਬ ਵੱਲੋਂ ਉਹਨਾਂ ਦਾ ਜਵਾਬ ਦਿੱਤਾ ਗਿਆ। ਦੇਣ ਤੋਂ ਬਾਅਦ ਜਦੋਂ ਉਹਨਾਂ ਵੱਲੋਂ ਫਤਿਹ ਸਾਂਝੀ ਕਰਕੇ ਅਸੀਂ ਉੱਥੋਂ ਨਿਕਲਦੇ ਹਾਂ, ਤੇ ਵਾਪਸੀ ਨਿਕਲ ਤੋਂ ਬਾਅਦ ਗਲਤ ਤਰੀਕੇ ਨਾਲ ਭਾਸ਼ਣ ਦੇ ਕੇ ਸਾਡੇ ਪਿੱਛੇ ਜਿਹੜਾ ਉਹ ਪਥਰਾ ਕਰਾਇਆ ਗਿਆ। ਉੱਥੇ ਕੋਈ ਭੱਜ ਕੇ ਨਹੀਂ ਆਏ, ਅਸੀਂ ਮੇਲਾ ਵੇਖ ਕੇ ਜਦੋਂ ਵਾਪਸ ਮੁੜਦੇ ਹਾਂ ਮਗਰੋਂ ਪਥਰਾ ਜਿਹੜਾ ਕੀਤਾ ਜਾਂਦਾ। ਔਰ ਉਹ ਇੱਕ ਗੱਲ, ਜਿੱਥੇ 3 ਆਰਡੀਨੈਂਸ ਦੇ ਵਿਰੋਧ 'ਚ ਅਸੀਂ ਸਾਰੇ ਹੀ, ਜਿੱਥੇ ਅੱਜ ਅਸੀਂ ਉਹਨਾਂ ਪਿੰਡਾਂ ਦੇ ਪੰਚ ਸਰਪੰਚ ਇਕੱਠੇ ਹੋ ਕੇ ਅੱਜ ਇਸ ਗੱਲ ਦਾ ਸਪਸ਼ਟੀਕਰਨ ਜਿੱਥੇ ਸਾਹਮਣੇ ਵੀਡੀਓ ਦੇ ਦੱਸਣ ਬਾਰੇ, ਉਹ ਦੂਜੀ ਗੱਲ ਉਹਦੇ ਨਾਲ ਜਿੱਥੇ ਇਹ ਗੱਲ ਬੜੀ ਅਹਿਮ ਕਲੀਅਰ ਹੁੰਦੀ, ਕਿਉਂਕਿ ਕਿਸੇ ਵੀ ਜਥੇਬੰਦੀ ਨੇ ਕਾਲ ਨਹੀਂ ਦਿੱਤੀ ਕਿ ਤੁਸੀਂ ਬੀਜੇਪੀ ਤੋਂ ਸਵਾਈ ਲੀਡਰਾਂ ਦਾ ਵਿਰੋਧ ਕਰੋ। ਅਗਰ ਕਰਨਾ ਆ ਤਾਂ ਤੁਹਾਡਾ ਹੱਕ ਬਣਦਾ, ਤੁਸੀਂ ਆਪਣੇ ਐਮਐਲਏ ਨੂੰ ਸਵਾਲ ਜਵਾਬ ਪੁੱਛੋ, ਡਿਵੈਲਪਮੈਂਟ ਪੁੱਛ ਲਓ, ਕੁਝ ਵੀ ਪੁੱਛਣਾ ਚਾਹੁੰਦੇ ਪੁੱਛ ਲਓ, ਪਰ ਕਿਸੇ ਨੂੰ ਜਾਨੀ ਮਾਰਨਾ ਜਾਂ ਜਾਤੀ ਸੂਚਕ ਲਫ਼ਜ਼ ਵਰਤਣੇ ਇਹ ਅਤੀ ਨਿੰਦਣਯੋਗ ਆ ਜਿਹੜਾ ਉਹਨਾਂ ਵੱਲੋਂ ਕੀਤਾ ਗਿਆ। ਅਸੀਂ ਇਹਨਾਂ ਦੀ ਸਖਤ ਲਫ਼ਜ਼ਾਂ 'ਚ ਨਿਖੇਧੀ ਕਰਦੇ ਹਾਂ, ਔਰ ਜਿਹੜੇ ਜਾਤੀ ਸੂਚਕ ਲਫ਼ਜ਼ ਵਰਤੇ ਉਹ ਬਹੁਤ ਮਾੜੇ ਸੀ, ਅਤੀ ਨਿੰਦਣਯੋਗ ਸੀ। ਤੁਸੀਂ ਜਿਸ ਤਰ੍ਹਾਂ ਕਿਹਾ ਕਿ ਕਮੇਟੀ ਜੋ ਉੱਥੇ ਕਿਸਾਨ ਜਥੇਬੰਦੀਆਂ ਜੋ ਪਹੁੰਚੀਆਂ ਹੋਈਆਂ ਸੀ, ਉਹਨਾਂ ਨੇ ਪਹਿਲਾਂ ਝੰਡੇ ਦਿਖਾ ਕੇ ਵਿਰੋਧ ਕੀਤਾ, ਉਸ ਤੋਂ ਬਾਅਦ ਸਵਾਲ ਜਵਾਬ ਵੀ ਹੋਏ ਐਮਐਲਏ ਸਾਹਿਬ ਨਾਲ, ਸਵਾਲ ਦੇ ਜਵਾਬ ਵੀ ਦਿੱਤੇ ਗਏ ਐਮਐਲਏ ਸਾਹਿਬ ਵੱਲੋਂ। ਪਰ ਉਸ ਤੋਂ ਬਾਅਦ ਕਿਹੜੀ ਐਸੀ ਘਟਨਾ ਹੋ ਗਈ ਕਿ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ, ਕਿ ਜਾਂ ਫਿਰ ਸ਼ਰਾਰਤੀ ਅਨਸਰਾਂ ਵੱਲੋਂ? ਦੇਖੋ, ਜਿਹੜਾ ਉੱਥੇ ਵਿਰੋਧ ਆਇਆ ਉਹਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਲੋਕ, ਔਰ ਜਦੋਂ ਸਵਾਲ ਜਵਾਬ ਕਰਨ ਤੋਂ ਬਾਅਦ ਵਾਪਸ ਆਉਣ ਤੋਂ ਬਾਅਦ ਜਿਹੜਾ ਉਹ ਮਗਰੋਂ ਮਾਈਕ ਦੇ ਵਿੱਚ ਪ੍ਰਧਾਨੀ, ਵੇਖੋ ਜਿੱਥੇ ਕਿਸਾਨ ਜਿੰਦਾਬਾਦ ਦੇ ਨਾਰੇ ਜਿੱਥੇ ਉਹਨਾਂ ਲੋਕਾਂ ਨੇ ਜਦੋਂ ਅਸੀਂ ਗਏ ਲਾਏ ਆ, ਤਾਂ ਉਹਦੇ ਵਿੱਚ ਐਮਐਲਏ ਸਾਹਿਬ ਨੇ ਵੀ ਜਵਾਬ ਦਿੱਤਾ ਔਰ ਅਸੀਂ ਵੀ ਦਿੱਤਾ।
ਅਸੀਂ ਖੁਦ ਕਿਸਾਨ ਅਤੇ ਅਸੀਂ ਅੱਜ ਪਾਰਟੀ ਜਿੱਥੇ ਅਸੀਂ ਕਾਂਗਰਸੀ ਉਹ ਤੋਂ ਪਹਿਲਾਂ ਅਸੀਂ ਕਿਸਾਨ ਆ, ਕਿਸਾਨਾਂ ਦੇ ਪੁੱਤਾਂ। ਔਰ ਇਸ ਕਿਸਾਨੀ ਅੰਦੋਲਨ ਦੇ ਵਿੱਚ ਅੱਜ ਕੈਮਰੇ ਦੇ ਸਾਹਮਣੇ ਸਾਨੂੰ ਦੱਸਣ ਦੀ ਲੋੜ ਨਹੀਂ, ਪਰ ਬਹੁਤ ਸਾਰੀਆਂ ਦੇਣਾ ਜਿਹੜੀਆਂ ਸਾਡੀਆਂ, ਕਿਉਂਕਿ ਇਹ 3 ਆਰਡੀਨੈਂਸ ਸਾਡੇ ਉੱਤੇ ਵੀ ਨੇ ਜਿੱਥੇ ਹਰ ਬੰਦਾ ਸਾਥ ਦੇ ਰਿਹਾ ਔਰ ਅਸੀਂ ਵੀ ਉਹਨਾਂ ਦਾ ਸਹਿਯੋਗ ਕਰਦੇ। ਐਮਐਲਏ ਸਾਹਿਬ ਵੱਲੋਂ ਕੀਤਾ ਗਿਆ। ਇਹ ਤਾਂ ਪਤਾ ਨਹੀਂ ਕੁਝ ਸ਼ਰਾਰਤੀ ਅਨਸਰ ਸੀ ਜਾਂ ਵਿਸ਼ੇਸ਼ ਹਰਦੀਪ ਸਿੰਘ ਜਿਹੜੇ ਸੀਗੇ, ਇਹਨਾਂ ਦੇ ਭਾਸ਼ਣ ਦੇ ਵਿੱਚ ਜਿਹੜਾ ਕੁਝ ਅਜਿਹੀਆਂ ਗੱਲਾਂ ਉਹਨਾਂ ਨੇ ਪ੍ਰਚਾਰ ਕੀਤਾ, ਉਹਨੂੰ ਲੈ ਕੇ ਜਿਹੜਾ ਗਲਤ ਤਰੀਕੇ ਨਾਲ ਪਰ ਭਾਸ਼ਣ ਦੀ ਗੱਲ ਕਰ ਰਹੇ ਹੋ, ਕਿਹੜੀਆਂ ਐਸੀਆਂ ਗੱਲਾਂ ਭਾਸ਼ਣ 'ਚ ਕੀਤੀਆਂ ਗਈਆਂ ਕਿ ਲੋਕ ਭੜਕ ਗਏ ਉਹ ਗੱਲਾਂ ਸੁਣ? ਜਾਤੀ ਸੂਚਕ ਜਾਤੀ ਸੂਚਕ ਲਫ਼ਜ਼ ਉਦੋਂ ਤਾਂ ਨਹੀਂ ਵਰਤੇ ਗਏ, ਪਰ ਭਾਸ਼ਣ ਦੇ ਵਿੱਚ ਗਲਤ ਗੱਲਾਂ ਕੀਤੀਆਂ ਗਈਆਂ, ਜਿਹਦੇ ਵਿੱਚ ਇੱਕ ਗੱਲ ਇਹਨਾਂ ਨੇ ਅਹਿਮ ਪੈਂਦਾ ਹੀ ਕਹਿਤੀ ਵੀ ਤੁਸੀਂ ਇਹ ਮੇਲੇ 'ਚ ਆਇਓ, ਪਹਿਲਾਂ 5 ਲੱਖ ਰੁਪਏ ਇੱਥੇ ਸਟੇਡੀਅਮ ਲਈ ਰੱਖੋ, ਜਿਹਦੇ ਵਿੱਚ ਇਹਨਾਂ ਦਾ ਹੀ ਆਪਸੀ ਤਕਰਾਰ ਹੋ ਗਿਆ ਲੋਕਾਂ ਦਾ। ਉਹ ਕਹਿੰਦੇ ਅਸੀਂ ਆਰਡੀਨੈਂਸ ਦੀ ਗੱਲ ਕਰਦੇ ਆ, ਤੁਸੀਂ ਪੈਸੇ ਮੰਗੇ, ਪਹਿਲਾਂ ਤੇ ਉਸ ਚੀਜ਼ ਤੋਂ ਭੜਕ ਪਏ। ਦੂਜਾ ਫਿਰ ਇਹਨਾਂ ਦੀ ਆਪਸ 'ਚ ਜਿਹੜਾ ਉੱਥੇ ਬਾਹਾਂ ਤਾਂ ਕਰਕੇ ਵੀ ਗੁੰਡਾਗਰਦੀ ਜੇ ਮਤਲਬ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੁਣ ਮੈਂ ਨਹੀਂ ਦੁਹਰਾਉਣੀਆਂ ਚਾਹੁੰਦੀਆਂ, ਜਿਹੜੀਆਂ ਇਹਨਾਂ ਨੇ ਕੀਤੀਆਂ ਉਹ ਗੱਲਾਂ ਦਾ ਕਰਕੇ ਇਹ ਉਹਨਾਂ ਚੀਜ਼ਾਂ ਦਾ ਖਮਿਆਜਾ ਜਿਹੜਾ ਉੱਥੇ ਭੁਗਤਿਆ ਗਿਆ। ਜਿਹੜਾ ਅਸੀਂ ਆਪਣੀ ਵੇਖੋ, ਇਹ ਗੱਲ ਮੈਂ ਹਰ ਕਿਸਾਨ ਜਥੇਬੰਦੀ ਨੂੰ ਬੇਨਤੀ ਕਰਨਾ ਚਾਹੂੰ ਵੀ ਅਸੀਂ ਜਿੱਥੇ ਅੱਜ ਕਿਸਾਨਾਂ ਦੇ ਵਿਰੋਧ ਦੇ ਵਿੱਚ ਨਾ ਕੋਈ ਲੀਡਰ, ਨਾ ਕੋਈ ਮੁਲਾਜ਼ਮ, ਨਾ ਕੋਈ ਕਿਸਾਨ ਤੇ ਨਾ ਹੀ ਕੋਈ ਹੋਰ ਜਾਤੀ ਦਾ ਬੰਦਾ ਬੋਲਣ ਦੀ ਜ਼ਰੂਰਤ ਨਹੀਂ ਕਰਦਾ। ਮੈਨੂੰ ਲੱਗਦਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇੰਨੀ ਇੱਜ਼ਤ ਨਹੀਂ ਕੋਈ ਦੇਣ ਡਿਆ ਜਿੰਨੀ ਅੱਜ ਕਿਸਾਨਾਂ ਨੂੰ ਦਿੰਦੀ। ਸਾਨੂੰ ਇਹਨੂੰ ਸਾਂਭ ਲੈਣਾ ਚਾਹੀਦਾ ਔਰ ਡਟ ਕੇ ਵਿਰੋਧ ਬੀਜੇਪੀ ਸਰਕਾਰ ਦਾ ਕਰਨਾ ਚਾਹੀਦਾ। ਅਗਰ ਉੱਥੇ ਐਮਐਲਏ ਸਾਹਿਬ ਦਾ ਜਾਂ ਕਿਸੇ ਵਿਅਕਤੀ ਦਾ ਜਾਨੀ ਨੁਕਸਾਨ ਹੋ ਜਾਂਦਾ ਤੇ ਇਹ ਬੀਜੇਪੀ ਸਰਕਾਰ ਆਪਣੇ ਮਨਸੂਬਿਆਂ 'ਚ ਕਾਮਯਾਬ ਹੋਣੀ ਸੀ ਔਰ ਰਾਸ਼ਟਰਪਤੀ ਰਾਜ ਲਾਗੂ ਕਰਕੇ ਇਹਨਾਂ ਗੁੰਡਾਗਰਦੀ ਕਰਨੀ ਸੀ ਸਾਡੇ ਨਾਲ। ਇਸ ਲਈ ਸਾਨੂੰ ਵਿਰੋਧ ਜਿੱਥੇ ਬੀਜੇਪੀ ਸਰਕਾਰ ਦਾ। ਔਰ ਅਗਲੀ ਗੱਲ ਮੈਂ ਇੱਕ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਗੱਲ ਕਰਨੀ ਚਾਹੂੰ, ਵੇਖੋ ਐਮਐਲਏ ਸਾਹਿਬ ਨੂੰ ਅਸੀਂ ਲੋਕਾਂ ਨੇ ਵੋਟਾਂ ਪਾਈਆਂ, ਇਹ ਸਾਰੇ ਲੋਕ ਖਲੋਤੇ ਨੇ ਜਿਨ੍ਹਾਂ ਵੋਟਾਂ ਪਾ ਕੇ ਐਮਐਲਏ ਚੁਣਿਆ, ਤੇ ਸਰਕਾਰ ਦੇ ਮਹੀਨੇ ਤਰ੍ਹਾਂ ਕੇ 3 ਕੀ ਅਸੀਂ ਕੰਮ ਨਹੀਂ ਲੈਣੇ, ਕੀ ਅਸੀਂ ਡਿਵੈਲਪਮੈਂਟ ਨਹੀਂ ਕਰਾਉਣੀ, ਕੀ ਸਾਡੇ ਪਿੰਡਾਂ ਦੇ ਕੰਮ ਨਹੀਂ। ਸਰਕਾਰ ਤਾਂ ਪਹਿਲਾਂ ਤਾਂ 2 ਸਾਲ 1.5-2 ਸਾਲ ਤੇ ਸਾਡੇ ਕੋਵਿਡ ਨੇ ਲੈ ਲਏ, ਠੀਕ ਹੈ, ਜਿੱਥੇ ਅਸੀਂ ਇਹ ਚੀਜ਼ ਨਾਲ। ਬਾਕੀ ਗੱਲ ਇਹ ਆ ਵੀ ਜਿੱਥੇ ਡਿਵੈਲਪਮੈਂਟ ਦਾ ਕੰਮ ਸਾਡੇ ਬਹੁਤ ਵੱਡੇ ਪੱਧਰ ਤੇ ਚੱਲ ਰਿਹਾ, ਉੱਥੇ ਲਗਭਗ 4 ਪਿੰਡਾਂ ਦੇ ਵਿੱਚ ਕਰੋੜ ਤੋਂ 1.5 ਕਰੋੜ ਤੋਂ 2 ਕਰੋੜ ਦੀ ਗ੍ਰਾਂਟ, ਔਰ ਉਹਨਾਂ ਪਿੰਡਾਂ ਦੇ ਵਿੱਚ 3 ਕਿਲੋਮੀਟਰ ਦੀ ਸੜਕ, ਔਰ ਗੁਰੂ ਘਰ ਦੀ ਜਿਹੜੀ ਸੜਕ ਆ ਜਿੱਥੇ 11 ਫੁੱਟ ਦੀ ਉੱਥੇ 18 ਫੁੱਟ ਦੀ। ਇਹ ਜਿਹੜੇ ਵਿਕਾਸ ਦੇ ਕੰਮ ਨੇ ਉਹ ਤਾਂ ਜ਼ਰੂਰੀ ਨੇ, ਕਿਉਂਕਿ ਜਿਸ ਤਰੀਕੇ ਨਾਲ ਅੰਦੋਲਨ ਚੱਲ ਰਿਹਾ ਉਹਦੇ 'ਚ ਵਿਕਾਸ ਦੇ ਕੰਮ ਨਹੀਂ ਰੁਕਣੇ ਚਾਹੀਦੇ। ਇਹ ਵੀ ਗੱਲ ਅਹਿਮ ਆ ਕਿਉਂਕਿ ਲੋਕਾਂ ਦੇ ਲਈ ਹੀ ਵਿਕਾਸ ਕੀਤੇ ਜਾਂਦੇ ਆ। ਪਰ ਨਾਲ ਉੱਥੇ ਇਹ ਵੀ ਇੱਕ ਗੱਲ ਸਾਹਮਣੇ ਆ ਰਹੀ ਹੈ ਕਿ ਕਮੇਟੀ ਦੇ ਵੱਲੋਂ, ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜੀ ਆ ਬਾਰ-ਬਾਰ ਕਿਹਾ ਜਾ ਰਿਹਾ ਸੀ, ਬੋਰਡ ਲਗਾਏ ਜਾ ਰਹੇ ਸੀ, ਪੋਸਟਰ ਲਗਾਏ ਜਾ ਰਹੇ ਸੀ ਕਿ ਜਿਹੜਾ ਇਹ ਮੇਲਾ ਹੋ ਰਿਹਾ ਜਾਂ ਸਾਡੇ ਪਿੰਡ ਦੇ ਵਿੱਚ ਕੋਈ ਵੀ ਰਾਜਨੀਤਿਕ ਲੋਕ ਜਾਂ ਰਾਜਨੀਤਿਕ ਲੀਡਰ ਇੱਥੇ ਨਾ ਪਹੁੰਚੇ। ਤੇ ਫਿਰ ਬਲਵਿੰਦਰ ਸਿੰਘ ਲਾਡੀ ਹੀ ਕਿਉਂ ਪਹੁੰਚ ਗਏ? ਕਿਉਂਕਿ ਜਦ ਕਿ ਸੀਆਈਡੀ ਨੇ ਵੀ ਉਹਨਾਂ ਨੂੰ ਰਿਪੋਰਟ ਦੇ ਦਿੱਤੀ ਸੀ, ਪੁਲਿਸ ਪ੍ਰਸ਼ਾਸਨ ਨੇ ਵੀ ਰਿਪੋਰਟ ਦੇ ਦਿੱਤੀ ਸੀ ਕਿ ਉੱਥੇ ਵਿਰੋਧ ਹੋ ਸਕਦਾ। ਇੱਥੇ ਮੈਂ ਤੁਹਾਡੀ ਗੱਲ 'ਚ ਇੱਕ ਵਾਅਦਾ ਕਰਨਾ ਚਾਹੁੰਦਾ ਵੀ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਤੇ ਸਾਡੇ ਪਿੰਡਾਂ 'ਚ ਭਾਈ ਮਾਨ ਸਾਹਿਬ ਦਾ ਗੁਰਦੁਆਰਾ ਹੁੰਦਾ ਨਾ, ਤੇ ਸਾਡੀਆਂ ਮਾਤਾਵਾਂ ਜਾਂ ਮੈਂ ਆਪਣੀ ਦਾਦੀ ਦੀ ਗੱਲ ਕਰਾਂ ਤੇ ਮੈਨੂੰ ਸੁੱਤੇ ਉੱਠਦਿਆਂ ਉਹਨੇ ਇਹ ਸੁਣਾ ਦਿੱਤੀ ਪਹਿਲਾਂ ਜਾ ਕੇ ਮੱਥਾ ਟੇਕਿਓ ਭਾਈ ਮਾਨ ਸਾਹਿਬ। ਕੀ ਸਾਡਾ ਸਿਆਸੀ ਹੋਣਾ ਗੁਨਾਹ ਆ? ਕੀ ਸਹੀ ਉਹ ਆਪਣੇ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਨਹੀਂ ਜਾ ਸਕਦੇ? ਮੇਲੇ ਦੇ ਉੱਤੇ ਐਮਐਲਏ ਸਾਹਿਬ ਦਾ ਮੱਥਾ ਟੇਕਣ ਜਾਣਾ ਗੁਨਾਹ ਥੋੜੀ। ਉਹ ਗੁਰਦੁਆਰਾ ਸਾਹਿਬ ਗਏ ਨੇ, ਕਿਸੇ ਪਿੰਡ 'ਚ ਨਹੀਂ ਗਏ। ਔਰ ਰਹੀ ਗੱਲ ਕਮੇਟੀ ਦੀ, ਤੇ ਕਮੇਟੀ ਦੇ ਸਾਰੇ ਮੈਂਬਰ ਲਗਭਗ ਇੱਥੇ ਮੌਜੂਦ ਨੇ, ਇਹ ਵੀ ਕਮੇਟੀ ਦੇ ਮੈਂਬਰ ਨੇ। ਕਿਸੇ ਕਮੇਟੀ ਵੱਲੋਂ ਐਮਐਲਏ ਸਾਹਿਬ ਨੂੰ ਮਨਾ ਨਹੀਂ ਕੀਤਾ ਗਿਆ, ਕਿਸੇ ਸੀਆਈਡੀ ਰਿਪੋਰਟ 'ਚ ਨਹੀਂ ਮਨਾ ਗਿਆ, ਕਿਸੇ ਪੁਲਿਸ ਪ੍ਰਸ਼ਾਸਨ ਨੂੰ ਨਹੀਂ ਮਨਾ ਕੀਤਾ ਗਿਆ। ਔਰ ਦੂਜੀ ਗੱਲ ਭਾਜੀ, ਗੁਰਦੁਆਰਾ ਸਾਹਿਬ 'ਚ ਬੁਲਾਇਆ ਨਹੀਂ ਜਾਂਦਾ ਮੱਥਾ ਟੇਕਣ। ਹੁਣ ਇੱਕ ਗੱਲ, ਜਦੋਂ ਸਾਡੇ ਮੇਲਾ ਹੁੰਦਾ ਅਸੀਂ ਗੁਰੂ ਸਾਹਿਬ ਨੂੰ ਮੱਥਾ ਟੇਕਣ ਜਾਂਦੇ ਆ ਤੇ ਭਾਜੀ ਅਸੀਂ ਇਹ ਨਹੀਂ ਸੋਚਦੇ ਵੀ ਅਸੀਂ ਕੋਈ ਸਿਆਸੀ, ਅਸੀਂ ਇਹ ਸੋਚਦੇ ਹਾਂ ਵੀ ਅਸੀਂ ਉਸ ਪਾਤਸ਼ਾਹ ਦੇ ਪੁੱਤਾਂ ਤੇ ਅਸੀਂ ਉੱਥੇ ਜਾ ਕੇ ਸਿਰ ਝੁਕਾਉਣਾ। ਇਸ ਲਈ ਐਮਐਲਏ ਸਾਹਿਬ ਉੱਥੇ ਨਤਮਸਤਕ ਹੋਣ ਗਏ ਸੀ। ਇਸ ਸਾਰੀ ਘਟਨਾ ਦੇ ਵਿੱਚ ਕਿੰਨੇ ਕੁ ਲੋਕ ਜ਼ਖਮੀ ਹੋਏ ਨੇ? ਪਤਾ ਚੱਲਿਆ ਕਿ ਮੁਲਾਜ਼ਮ ਵੀ, ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਵੀ ਜ਼ਖਮੀ ਹੋਏ। ਕਰੀਬ 2 ਪੁਲਿਸ ਮੁਲਾਜ਼ਮ, ਜਿਨ੍ਹਾਂ 'ਚ ਇੱਕ ਐਮਐਲਏ ਸਾਹਿਬ ਦਾ ਗਨਮੈਨ, ਇੱਕ ਸ਼ਾਇਦ ਪੁਲਿਸ ਮੁਲਾਜ਼ਮ, ਮੈਨੂੰ ਪਤਾ ਨਹੀਂ, ਪਰ 2 ਮੁਲਾਜ਼ਮ ਜ਼ਖਮੀ ਨੇ। ਕੌਣ ਨੇ ਇਹ ਨਹੀਂ ਮੈਨੂੰ ਪਤਾ। ਔਰ ਬਾਕੀ ਪ੍ਰਾਈਵੇਟ ਬੰਦੇ ਬਹੁਤ ਸਾਰੇ ਜ਼ਖਮੀ ਹੋਏ ਨੇ, ਜਿਨ੍ਹਾਂ ਵਿੱਚ ਲੋਕ ਮੇਲਾ ਵੇਖਣ ਆਏ, ਜਿਨ੍ਹਾਂ ਮਾਵਾਂ ਦੀ ਗੋਦੀਆਂ ਛੋਟੇ 100 200 ਸਾਲ ਦੇ ਬੱਚੇ, ਜਿਹੜੀਆਂ ਵਿਚਾਰੀਆਂ ਸਿਰ ਲਕਾ ਉੱਥੇ ਭੱਜੀਆਂ ਫਿਰਦੇ ਆ। ਅਤੀ ਨਿੰਦਣਯੋਗ, ਸਾਨੂੰ ਸ਼ਰਮ ਦਾ ਸਾਹਮਣਾ ਉੱਥੇ ਕਰਨਾ ਪਿਆ। ਔਰ ਮੈਂ ਤੁਹਾਡੇ ਮਾਧਿਅਮ ਰਾਹੀਂ ਐਸਜੀਪੀਸੀ ਨੂੰ ਵੀ ਇਹ ਅਪੀਲ ਕਰਦਾ, ਸ਼੍ਰੋਮਣੀ ਕਮੇਟੀ ਨੂੰ, ਕਿ ਗੁਰਦੁਆਰਾ ਸਾਹਿਬ ਦੇ ਵਿੱਚ ਹਰ ਇੱਕ ਬੰਦੇ ਦਾ ਹੱਕ ਆ। ਉੱਥੇ ਇਹ ਜਿਹੜਾ ਸਿਆਸਤਬਾਜ਼ੀ ਜਾਂ ਉੱਥੇ ਜਿਹੜਾ ਇਹ ਸਾਰਾ ਕੁਝ ਪਿੱਛੇ ਰਹਿਣਾ ਚਾਹੀਦਾ। ਗੁਰੂ ਸਾਹਿਬ ਦੇ ਵਿੱਚ ਇਹ ਘਰ ਦੇ ਕੰਮ ਬਿਲਕੁਲ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਇਸ ਦੇ ਉੱਤੇ ਸਾਰੀ ਕਾਰਵਾਈ ਐਮਐਲਏ ਸਾਹਿਬ ਵੱਲੋਂ ਹੋ ਰਹੀ ਹੈ ਕਿ ਜਾਂ ਤੁਹਾਡੇ ਵੱਲੋਂ ਕਰਵਾਈ? ਨਹੀਂ ਸਰ, ਵੇਖੋ ਜਿੱਥੇ ਅਸੀਂ ਅੱਜ ਸਾਰੇ ਹੀ, ਜਿਵੇਂ ਉੱਥੇ ਸਾਡੇ ਮਾੜੀ ਪੰਨੂਆ ਪਿੰਡ ਦੇ ਵਿੱਚ, ਜਿਵੇਂ ਪੱਤੀ ਧੀਰੋਵਾਲ, ਪੱਤੀ ਲੱਖਪੁਰ, ਪੱਤੀ ਅਨਗੜ, ਪੱਤੀ ਮਾੜੀ ਪੰਨੂਆ, ਉਹਨਾਂ ਸਾਰਿਆਂ ਦੇ ਸਰਪੰਚ ਜਿਹੜੇ ਇੱਥੇ ਸਾਡੇ ਨਾਲ ਮੌਜੂਦ ਆ, ਇਹ ਮਾੜੀ ਪੰਨੂਆ ਸਰਪੰਚ ਨੇ, ਇਹ ਨੇ, ਬਾਕੀ ਇੱਥੇ ਸਾਰੇ ਨਾਲ ਹੀ ਨੇ ਸਾਡੇ ਅੱਗੇ ਪ੍ਰੈਸ ਕਾਨਫਰੰਸ 'ਚ। ਇਹ ਸਾਡੇ ਵੱਲੋਂ ਸਾਰੇ ਉੱਥੇ ਕਰਕੇ ਜਿਹੜਾ ਵੇਖੋ ਇਹ ਗੱਲ ਕਰਦੇ ਵੀ ਅਸੀਂ ਸਰਪੰਚ ਪਿੰਡ ਵੱਲੋਂ ਚੁਣ ਕੇ ਬਣਾਇਆ ਜਾਂਦਾ, ਤੇ
ਜ਼ਿੰਮੇਵਾਰ ਸਰਪੰਚ ਵੀ ਆ, ਜ਼ਿੰਮੇਵਾਰ ਮੈਂਬਰ ਪੰਚਾਇਤ ਵੀ ਆ, ਜ਼ਿੰਮੇਵਾਰ ਇਹ ਵੀ ਗੱਲ ਮੰਨਦੇ ਵੀ ਕਿਸਾਨ ਕਮੇਟੀ ਵਾਲੇ ਵੀ ਆ। ਪਰ ਇਹ ਨਹੀਂ ਗੱਲ ਹੈਗੀ ਵੀ ਉਥੇ ਜਿਹੜਾ ਵਿਰੋਧ ਕਰਨਾ ਜਾਂ ਉਹਨਾਂ ਕਰਨਾ। ਇਹ ਕਾਰਵਾਈ ਜਿੱਥੇ ਐਮਐਲਏ ਸਾਹਿਬ ਵੱਲੋਂ ਕੀਤੀ ਜਾਂਦੀ ਨਹੀਂ ਕੀਤੀ ਜਾਂਦੀ, ਸਾਡੇ ਵੱਲੋਂ ਜ਼ਰੂਰ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਵੀ ਜਿਹੜੇ ਗਲਤ ਅਨਸਰਾਂ ਨੇ ਭੜਕਾਇਆ, ਜਿਹੜੇ ਗਲਤ ਅਨਸਰਾਂ ਨੇ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਦੇ ਵਿਰੁੱਧ ਬਣਦੀ ਕਾਰਵਾਈ ਕਰਕੇ ਜਿਹੜੀ ਆ ਫੜ ਕੇ ਕਾਰਵਾਈ ਕੀਤੀ ਜਾਵੇ। ਗਲਤ ਅਨਸਰਾਂ ਦੀ ਗੱਲ ਕਰ ਰਹੇ ਹੋ, ਉਹ ਫਿਰ ਕਿਸਾਨ ਜਥੇਬੰਦੀਆਂ ਨਾਲ ਸੰਬੰਧਿਤ ਨਹੀਂ ਸਨ? ਨਹੀਂ, ਬਿਲਕੁਲ ਹੈਗੇ। ਕਿਉਂਕਿ ਹੁਣ ਆਪਾਂ ਇੱਕ ਚੀਜ਼ ਤਾਂ ਇਹ ਦੇਖ ਲੈਂਦੇ ਨਾ ਵੀ ਜਦੋਂ ਹੁਣ ਮੰਨ ਲਓ ਅਸੀਂ ਇੱਥੇ ਸਾਰੇ ਖੜੇ ਆ, ਅਸੀਂ ਇੱਥੇ ਜਾ ਕੇ ਹੁਣੇ ਕਿਤੇ ਧਰਨਾ ਦੇਣ ਲੱਗ ਜਾਂਦੇ ਆ ਤੇ ਇਹ ਸਾਰੇ ਅਸੀਂ ਇਕੱਠੇ ਹੀ ਆ ਨਾ। ਉਹਦੇ ਵਿੱਚ ਹੁਣ ਇਹ ਭਾਈ ਸਾਹਿਬ ਕਰਦੇ ਨੇ, ਇਹ ਭਾਈ ਸਾਹਿਬ ਕਰਦੇ ਨੇ ਤੇ ਅਸੀਂ ਕਰਦੇ ਮਾਰੇ। ਜੇ ਮੈਂ ਤੁਹਾਡੇ ਨਾਲ ਇੱਕ ਗੱਲ ਕਰ ਰਿਹਾ, ਮੈਂ ਬਾਈਟ ਦੇ ਰਿਹਾ ਜਾਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਸਾਰੇ ਇਕੱਠੇ ਅਸੀਂ ਇੱਕ ਆ, ਅਸੀਂ ਸਮਰਥਕ ਆ ਸਾਰੇ ਇੱਕ ਦੂਜੇ ਦੇ, ਅਸੀਂ ਐਮਐਲਏ ਸਾਹਿਬ ਦੇ ਸਮਰਥਕ ਆ। ਇਸ ਲਈ ਇਹ ਤਾਂ ਵੇਖੋ ਨੈਚੁਰਲੀ ਹੈ ਨਾ, ਉਹਨਾਂ ਵੱਲੋਂ ਵਿਰੋਧ ਕੀਤਾ ਗਿਆ। ਬਾਕੀ ਹੋਣਗੇ ਕੁਝ, ਇਹ ਉਹਨਾਂ ਦਾ ਪਛਾਣਨਾ ਕੰਮ ਆ ਵੀ ਇਹ ਉਹਨਾਂ ਦੇ ਬੰਦੇ ਸੀਗੇ ਜਾਂ ਨਹੀਂ ਸੀਗੇ। ਜੇ ਨਹੀਂ ਸੀਗੇ ਤੇ ਹੁਣ ਉੱਠ ਕੇ ਸਾਰਾ ਕੁਝ ਛੱਡ ਕੇ ਤੇ ਫੜ ਕੇ ਉਹਨਾਂ ਤੇ ਕਾਰਵਾਈ ਕਰਾਉਣ, ਕਿਉਂ ਨਹੀਂ ਕਰਾਉਂਦੇ ਜੀ। ਜੀ ਬਿਲਕੁਲ, ਇਹ ਸਨ ਸਾਡੇ ਨਾਲ ਨਵਦੀਪ ਸਿੰਘ ਪੰਨੂ, ਜੋ ਉਸ ਘਟਨਾ ਦੇ ਚਸ਼ਮਦੀਦ ਸਨ, ਐਮਐਲਏ ਸਾਹਿਬ ਦੇ ਨਾਲ ਸਨ। ਜਿਸ ਕਮੇਟੀ ਦੀ ਗੱਲ ਕੀਤੀ ਜਾ ਰਹੀ ਹੈ ਕਿ ਕਮੇਟੀ ਵੱਲੋਂ ਕਿਹਾ ਗਿਆ ਸੀ ਕਿ ਕੋਈ ਰਾਜਨੀਤਿਕ ਨੇਤਾ ਜਾਂ ਲੀਡਰ ਇਸ ਮੇਲੇ 'ਚ ਨਾ ਪਹੁੰਚੇ, ਉਸ ਕਮੇਟੀ ਦੇ ਮੈਂਬਰ ਵੀ ਸਾਡੇ ਨਾਲ ਇੱਥੇ ਮੌਜੂਦ ਨੇ। ਕੀ ਨਾਮ ਵੀਰ ਜੀ? ਗੁਰਮੀਤ ਸਿੰਘ ਜੀ। ਗੁਰਮੀਤ ਸਿੰਘ ਜੀ, ਕਮੇਟੀ ਵੱਲੋਂ ਕਿਹਾ ਜਾ ਰਿਹਾ, ਲੋਕਾਂ ਵੱਲੋਂ ਕਿਹਾ ਗਿਆ ਸੀ, ਕਮੇਟੀ ਨੇ ਕਿਹਾ ਸੀ ਕਿ ਨਾ ਕੋਈ ਇੱਥੇ ਲੀਡਰ ਆਵੇ ਰਾਜਨੀਤਿਕ। ਕੀ ਕਮੇਟੀ ਦੀ ਇਹ ਗੱਲ ਸੱਚੀ ਸੀ ਜਾਂ ਕਮੇਟੀ ਵੱਲੋਂ ਕਿਹਾ ਗਿਆ ਸੀ? ਨਹੀਂ ਜੀ, ਬਿਲਕੁਲ ਨਹੀਂ। ਕਮੇਟੀ ਵੱਲੋਂ ਕੋਈ ਵੀ ਕਿਸੇ ਵੀ ਪਾਰਟੀ ਦਾ ਸਿਟਿੰਗ ਐਮਐਲਏ ਹੋਵੇ, ਉਹ ਉੱਥੇ ਮੱਥਾ ਟੇਕਣ ਆਉਂਦਾ ਮੇਲੇ ਉੱਪਰ। ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੀ ਮਨਾ ਨਹੀਂ ਕੀਤਾ ਗਿਆ, ਨਾ ਹੀ ਮੇਲਾ ਕਮੇਟੀ ਵੱਲੋਂ ਮਨਾ ਕੀਤਾ ਗਿਆ, ਨਾ ਹੀ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਵੀ ਮਨਾ ਨਹੀਂ ਕੀਤਾ ਗਿਆ। ਪਰ ਕੀ ਫਿਰ ਇਹ ਘਟਨਾ ਜਿਹੜੀ ਇਹ ਸਾਰੀ ਹੋ ਗਈ ਆ, ਕਿਸਾਨ ਜਥੇਬੰਦੀਆਂ ਨਾਲ ਜੋੜਿਆ ਜਾ ਰਿਹਾ, ਇਸ ਨੂੰ ਕਿਸ ਤਰ੍ਹਾਂ ਸਮਝਦੇ? ਇਹ ਹਰਦੀਪ ਸਿੰਘ ਫੌਜੀ ਨੇ ਭੜਕਾਇਆ ਜੀ ਇੱਥੇ ਪਬਲਿਕ ਨੂੰ, ਉਹੀ ਕਾਰਨ ਹੋਇਆ ਵਾ ਕਿ ਪਥਰਾ ਕੀਤਾ। ਤੁਹਾਡੀ ਕਮੇਟੀ ਵੱਲੋਂ ਵੀ ਕੋਈ ਕਾਰਵਾਈ ਕਰਵਾਈ ਜਾ ਰਹੀ, ਸ਼ਿਕਾਇਤ ਕੀਤੀ ਗਈ? ਅਸੀਂ ਆਪਣੇ ਪੰਚਾਇਤ ਵੱਲੋਂ ਕਾਰਵਾਈ ਕਰਵਾਵਾਂਗੇ ਇਹਨਾਂ ਦੇ ਉੱਤੇ। ਬਿਲਕੁਲ, ਇਹ ਉਹ ਸਾਰੇ ਕਮੇਟੀ ਦੇ ਮੈਂਬਰ ਅਤੇ ਨਾਲ ਚਸ਼ਮਦੀਦ ਨਵਦੀਪ ਸਿੰਘ ਪੰਨੂ, ਜੋ ਕਿ ਉਸ ਵੀਡੀਓ ਵਿੱਚ ਵੀ ਨਜ਼ਰ ਆ ਰਹੇ ਨੇ ਜਦੋਂ ਬਲਵਿੰਦਰ ਸਿੰਘ ਲਾਡੀ ਦੇ ਉੱਤੇ ਪੱਥਰਬਾਜ਼ੀ ਹੋ ਰਹੀ ਹੈ। ਇਹਨਾਂ ਦਾ ਕਹਿਣਾ ਹੈ ਕਿ ਸ਼ਰਾਰਤੀ ਅਨਸਰਾਂ ਵੱਲੋਂ ਇਹ ਸਾਰਾ ਕੰਮ ਕੀਤਾ ਗਿਆ ਹੈ। ਜਥੇਬੰਦੀਆਂ ਦੇ ਹੁਕਮ ਨਹੀਂ ਹਨ ਕਿ ਕਿਸੇ ਦੇ ਉੱਤੇ ਪੱਥਰਬਾਜ਼ੀ ਕੀਤੀ ਜਾਵੇ ਜਾਂ ਉਹਨੂੰ ਜਾਤੀ ਸੂਚਕ ਸ਼ਬਦ ਵਰਤੇ ਜਾਣ। ਉਹਨਾਂ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਖੇਤੀ ਅੰਦੋਲਨ, ਖੇਤੀ ਕਾਨੂੰਨਾਂ ਨੂੰ ਲੈ ਕੇ ਜਿਹੜੇ ਅੰਦੋਲਨ ਛਿੜਿਆ ਹੋਇਆ, ਉਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਦੇਖਣਾ ਇਹ ਹੋਏਗਾ ਕਿ ਇਸ ਸਾਰੀ ਕਾਰਵਾਈ ਦੇ ਵਿੱਚ ਪੁਲਿਸ ਸਾਹਮਣੇ ਕੀ ਸੱਚ ਲੈ ਕੇ ਆਉਂਦੀ ਹੈ। ਪਰ ਕਿਤੇ ਨਾ ਕਿਤੇ ਮੌਜੂਦਾ ਪ੍ਰੈਸ ਕਾਨਫਰੰਸ ਜਿਨ੍ਹਾਂ ਵੱਲੋਂ ਕੀਤੀ ਗਈ, ਉਹਨਾਂ ਦਾ ਕਹਿਣਾ ਹੈ ਕਿ ਸ਼ਰਾਰਤ ਅਨਸਰਾਂ ਦੇ ਵੱਲੋਂ ਹੀ ਇਹ ਸਾਰੀ ਸ਼ਰਾਰਤ ਕੀਤੀ ਗਈ ਹੈ, ਕੇਵਲ ਤੇ ਕੇਵਲ ਖੇਤੀ ਕਾਨੂੰਨਾਂ ਨੂੰ ਤੇ ਜਾਂ ਉਹਨਾਂ ਦੇ ਅੰਦੋਲਨ ਨੂੰ ਢਾਹ ਲਾਉਣ ਵਾਸਤੇ। ਕੈਮਰਾ ਪਰਸਨ ਵਿੱਕੀ ਚੀਮਾ ਦੇ ਨਾਲ ਭੋਪਾਲ ਸਿੰਘ, ਮਿਨੀ ਪਾਕਟ ਬਟਾਲਾ।